ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਐ ਤੁਧ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਹਸਤੇ ਸਿਰ ਜੋ ਅੰਕੁਸ਼ ਹੈ ਅਹਰਣ ਜੋ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੇ ਸੇਵ ਕਰੇ ਹਸਤੇ ਸਿਰ ਜੋ ਅੰਕੁਸ਼ ਹੈ ਅਹਰਣ ਜੋ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੇ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰੇਸ਼ਟ ਕਾਲੇ ਨਾਨਕ ਗੁਰਮੁਖ ਬੁਝਿਐ ਜਾ ਆਪੇ ਨਦਰ ਕਰੇ। ਮਹਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁਲ ਉਧਾਰੈ ਆਪਣਾ ਦਰਗਾ ਪਾਵੈ ਮਾਣ। ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰੈ ਲਾਈਆਂ ਜਿਨਾ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦੇਵਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆਂ ਗੁਰ ਸਿੱਖਾਂ ਇੱਕੋ ਪਿਆਰ
ਗੁਰ ਮਿੱਤਾ ਪੁੱਤਾ ਭਾਈਆਂ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਜਿੱਥੇ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਸਾਂਝ ਪਾਈ ਹੈ, ਉੱਥੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਤੀਜਾ। ਹਸਤੇ ਸਿਰ ਜੋ ਅੰਕਸ ਹੈ, ਅਹਰਣ ਜੋ ਸਿਰ ਦੇ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਸੋਰਠ ਕੀ ਵਾਰ ਦੇ ਵਿੱਚੋਂ 14ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਜਿੰਦੇ ਵਿੱਚ ਪਹਿਲੇ 2 ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ, ਔਰ ਪੌੜੀਆਂ ਸਾਰੀਆਂ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੀਆਂ ਨੇ। ਅੰਗ ਨੰਬਰ 647 ਅਤੇ 648 ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਇਸ ਪਾਵਨ ਸ਼ਬਦ ਦੇ ਅੰਦਰ, ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਪਹਿਲੇ 2 ਸ਼ਲੋਕਾਂ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ। ਧੰਨ ਗੁਰੂ ਰਾਮਦਾਸ ਜੀ ਨੇ ਫਿਰ ਪੌੜੀ ਦੇ ਅੰਦਰ ਉਸੇ ਤੇ ਮੋਹਰ ਲਾਈ ਹੈ, ਔਰ ਸਤਿਗੁਰੂ ਜੀ ਸਮਝਾਉਂਦੇ ਨੇ, ਦੇਖੋ ਜਿਵੇਂ ਪਹਿਲੀ ਉਦਾਹਰਣ ਦਿੱਤੀ, ਹਸਤੇ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ। ਜਿਵੇਂ ਹਾਥੀ ਦੇ ਸਿਰ ਦੇ ਉੱਤੇ ਅੰਕੁਸ਼ ਕੁੰਡਾ, ਦੇਖੋ ਹਾਥੀ ਦੇ ਸਿਰ ਉੱਤੇ ਕੁੰਡਾ ਹੈ, ਤੇ ਐਡਾ ਸ਼ਕਤੀਸ਼ਾਲੀ ਜਾਨਵਰ, ਪਹਾੜ ਵਰਗਾ ਪਸ਼ੂ, ਉਹਨੂੰ ਇੱਕ ਛੋਟਾ ਜਿਹਾ ਬੰਦਾ ਫਿਰ ਜਿੱਧਰ ਮਰਜ਼ੀ ਚਲਾਈ ਫਿਰਦਾ ਹੈ, ਕਿਉਂਕਿ ਉੱਤੇ ਜਿਹੜਾ ਸਿਰ ਦੇ ਕੁੰਡਾ ਹੈ, ਉਸ ਕੁੰਡੇ ਦੇ ਡਰ ਕਰਕੇ ਉਹਨੇ ਹਾਥੀ ਨੂੰ ਸਿਖਾਇਆ ਬੜਾ ਕੁਛ ਹੁੰਦਾ ਹੈ। ਪਰ ਕਈ ਵਾਰੀ ਅਸੀਂ ਵੇਖਦੇ ਵੀ ਜਦੋਂ ਹਾਥੀ ਫਿਰ ਮਸਤ ਹੋ ਜੇ, ਜਦੋਂ ਹਾਥੀ ਜਿਹੜਾ ਸ਼ਬਦ ਵਰਤਿਆ ਜਾਂਦਾ ਪੁੱਤਰ ਜੇ, ਤੇ ਇਹ ਬਾਹਰ ਦਾ ਕੁੰਡਾ ਤਾਂ ਉਦੋਂ ਹਾਥੀ ਦੇ ਸਿਰ 'ਤੇ ਵੀ ਫਿਰ ਕੰਮ ਨਹੀਂ ਕਰਦਾ, ਫਿਰ ਉਹ ਕਿਸੇ ਕੁੰਡੇ ਦੀ ਪਰਵਾਹ ਕਰਦਾ ਵੀ ਨਹੀਂ। ਪਰ ਹਾਥੀ ਦੇ ਸਿਰ 'ਤੇ ਕੁੰਡਾ ਹੈ, ਕੁੰਡੇ ਦੇ ਇਸ਼ਾਰੇ 'ਤੇ ਬੰਦਾ ਹਾਥੀ ਤੋਂ ਬੜੇ ਕੰਮ ਲੈਂਦਾ ਹੈ। ਔਰ ਬੰਦਾ ਆਦਿ ਕਾਲ ਤੋਂ ਲੈ ਕੇ ਖਾਸ ਕਰਕੇ ਜਿੰਨੇ ਵੀ ਜੰਗਲੀ ਜਾਨਵਰ ਨੇ ਜਿਹੜੇ ਕੰਮ ਆ ਸਕਦੇ ਨੇ, ਉਹ ਬੰਦੇ ਨੇ ਫੜੇ, ਉਹਨਾਂ ਤੋਂ ਕੰਮ ਲਿਆ। ਹਾਥੀ ਦੇ ਸਿਰ 'ਤੇ ਕੁੰਡਾ ਰੱਖਿਆ, ਕੁੰਡੇ ਦੇ ਸਹਾਰੇ ਚਲਾਇਆ। ਘੋੜੇ ਫੜੇ, ਘੋੜਿਆਂ ਦੇ ਮੂੰਹ ਦੇ ਵਿੱਚ ਲਗਾਮ ਦਿੱਤੀ ਕਿ ਜਿੱਥੇ ਚਾਹੀਏ ਉੱਥੇ ਰੋਕ ਸਕੀਏ। ਇਹਨਾਂ ਨੇ ਊਂਠ ਫੜੇ, ਨੱਕ 'ਚ ਨਕੇਲ ਪਾ ਦਿੱਤੀ। ਇੱਥੋਂ ਤੱਕ ਜਿਹੜੇ ਚੀਤੇ ਨੇ, ਸ਼ੇਰ ਨੇ, ਉਹਨਾਂ ਨੂੰ ਵੀ ਫੜ ਕੇ
ਆਪਣੇ ਕੰਮਾਂ ਵਿੱਚ ਇਹਨਾਂ ਨੇ ਲਾਇਆ। ਪਰ ਇਹ ਜਿਹੜੇ ਪਸ਼ੂ ਫੜੇ, ਦੇਖੋ ਬੰਦਾ ਇਹਨਾਂ ਨੂੰ ਰੋਕਣ ਦਾ ਤਰੀਕਾ ਜਾਣਦਾ ਹੈ ਤੇ ਤਾਂ ਹੀ ਫੜ ਸਕਦਾ ਹੈ ਬੜੇ ਖਤਰਨਾਕ। ਪਰ ਬੰਦੇ ਨੂੰ ਪਤਾ ਹੈ ਕਿ ਹਾਥੀ ਦੇ ਸਿਰ ਤੇ ਕੁੰਡਾ ਲਾਵਾਂਗੇ ਇਹਨੇ ਸਿੱਧੇ ਪਾਸੇ ਚੱਲ ਪੈਣਾ ਹੈ। ਜੇ ਸ਼ੇਰ ਨੂੰ ਕੋਈ ਸ਼ਮਕ ਦਿਖਾ ਕੇ ਇਸ਼ਾਰੇ ਦੇ ਨਾਲ ਕੰਮ ਕਰਾਈਏ ਤੂੰ ਕਰੇਗਾ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਭਾਈ, ਜਿੱਥੇ ਪਸ਼ੂਆਂ ਨੂੰ ਫੜ ਕੇ ਤੂੰ ਉਹਨਾਂ ਨੂੰ ਚਲਾਉਣ ਦਾ ਯਤਨ ਕੀਤਾ, ਰੋਕਣ ਦਾ ਯਤਨ ਕੀਤਾ। ਇਹ ਮਨ ਵੀ ਤਾਂ ਇੱਕ ਪਸ਼ੂ ਦੀ ਤਰ੍ਹਾਂ ਹੈ। ਔਰ ਇਸ ਮਨ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਬਚਨਾਂ ਦੇ ਨਾਲ ਸੰਬੋਧਨ ਕੀਤਾ ਹੈ। ਇਸ ਮਨ ਨੂੰ ਖੋਤਾ ਵੀ ਕਿਹਾ, ਮਨ ਖੁੱਟ ਹਰ ਤੇਰਾ ਨਹੀਂ ਬਿਸਾਸਾ, ਤੂੰ ਮਹਾ ਉਦਮਾਤਾ, ਖਰ ਕਾ ਪੈਖਰ ਤਿਉਂ ਛੁਟੈ ਜੋ ਉੱਪਰ ਲੱਦਾ। ਕਿ ਮਣਾ ਤੂੰ ਤੇ ਖੋਤੇ ਦੀ ਤਰ੍ਹਾਂ ਹੈ, ਤੇ ਜੇ ਖੋਤੇ ਦਾ ਪੈਂਖੜ ਉਦੋਂ ਤੱਕ ਨਹੀਂ ਘੁਮਿਆਰ ਲਾਉਂਦਾ ਜਦੋਂ ਤੱਕ ਭਾਰ ਨਾ ਲੱਦਿਆ ਜਾਵੇ। ਤੇ ਗੁਰੂ ਕੇ ਸਿੱਖਿਆ ਇਸ ਖੋਤੇ ਮਨ ਦੇ ਉੱਤੇ ਫਿਰ ਤੂੰ ਵੀ ਕੋਈ ਨਾ ਕੋਈ ਪਾਰ ਰੱਖੀ, ਗੁਰੂ ਦੇ ਸ਼ਬਦ ਦੇ ਅੰਦਰ ਤੇ ਪਾਰ ਪਾ ਕੇ ਰੱਖੀ। ਮਨ ਨੂੰ ਹਾਥੀ ਵੀ ਕਿਹਾ ਕਿ ਮਨ ਕੁੰਚਰ ਕਾਇਆ ਉਦਿਆਨ ਹੈ। ਇਹ ਸਰੀਰ ਇੱਕ ਜੰਗਲ ਹੈ, ਇਹਦੇ ਵਿੱਚ ਮਨ ਵੀ ਤਾਂ ਭੱਜਿਆ ਫਿਰਦਾ ਹੈ। ਇਹ ਤਾਂ ਜੰਗਲ ਨੂੰ ਪਿੱਛੇ ਪਿੱਛੇ ਭਜਾਈ ਫਿਰਦਾ ਹੈ। ਜਿੱਥੇ ਬੰਦੇ ਨੇ ਇਹਨਾਂ ਜਾਨਵਰਾਂ ਨੂੰ ਕਾਬੂ ਕੀਤਾ, ਇਹਨਾਂ ਨੂੰ ਰੋਕਣ ਦਾ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ। ਔਰ ਜਿੱਥੇ ਬੰਦੇ ਨੂੰ ਚਾਹੀਦਾ ਸੀ ਕਿ ਆਪਣੇ ਮਨ ਨੂੰ ਰੋਕਦਾ, ਇਹ ਯਤਨ ਹੀ ਨਹੀਂ ਕੀਤਾ। ਕਿਉਂਕਿ ਰੋਕਣ ਦਾ ਕੋਈ ਨਾ ਕੋਈ ਤਰੀਕਾ ਤਾਂ ਹੈ ਨਾ। ਮਨ ਨੂੰ ਹਰ ਕਿਸੇ ਦਾ ਸਵਾਲ ਹੈ ਕਿ ਨਿਤਨੇਮ ਕਰੀਦਾ ਮਨ ਨਹੀਂ ਲੱਗਦਾ, ਪਾਠ ਕਰ ਲਈਦਾ ਹੈ ਪਰ ਮਨ ਲੱਗਦਾ ਹੀ ਨਹੀਂ। ਕਿਉਂਕਿ ਮਨ ਨੂੰ ਰੋਕਣ ਦਾ ਤਰੀਕਾ ਗੁਰੂ ਦੇ ਕੋਲੋਂ ਅਸੀਂ ਸਿੱਖਿਆ ਹੀ ਨਹੀਂ। ਮਨ ਨੇ ਰੁਕਣਾ ਨਹੀਂ, ਮਨ ਨੇ ਚੱਲਣਾ ਹੀ ਹੈ। ਬਸ ਉਸ ਮਨ ਨੂੰ ਮੋੜਨ ਦਾ ਤਰੀਕਾ ਗੁਰੂ ਤੋਂ ਨਹੀਂ ਸਮਝਿਆ। ਔਰ ਮਨ ਨੂੰ ਰੋਕਣਾ ਵੀ ਨਹੀਂ ਚਾਹੀਦਾ। ਬਸ ਮਾੜੇ ਪਾਸੇ ਰੋਕ ਕੇ ਇਹਨੂੰ ਗੁਰੂ ਵਾਲੇ ਪਾਸੇ, ਸ਼ਬਦ ਵਾਲੇ ਪਾਸੇ, ਗਿਆਨ ਵਾਲੇ ਪਾਸੇ ਤੋਰ ਦਈਏ। ਤੇ ਜੇ ਇਹ ਤੁਰ ਪਵੇ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਮਨ ਨੂੰ ਲੋਕੀ ਬੜਾ ਮਾੜਾ ਕਹਿੰਦੇ ਨੇ, ਪਰ ਹਕੀਕਤ ਹੈ ਜਦੋਂ ਸਿੱਧੇ ਪਾਸੇ ਚੱਲ ਜਾਵੇ ਫਿਰ ਇਹਦੇ ਵਰਗਾ ਮਿੱਤਰ ਵੀ ਦੁਨੀਆ ਵਿੱਚ ਹੋਰ ਕੋਈ ਨਹੀਂ। ਬਾਬਾ ਕਬੀਰ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਕਿ ਮਨ ਹੀ ਮਨ ਸੋ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਪਰ ਮਨ ਨੂੰ ਰੋਕਣ ਦਾ, ਮਨ ਨੂੰ ਮੋੜਨ ਦਾ ਤਰੀਕਾ ਆ ਜਾਵੇ, ਮਨ ਵਰਗਾ ਤੇ ਮਿੱਤਰ ਹੀ ਕੋਈ ਨਹੀਂ। ਹੁਣ ਮਨੁੱਖ ਨੇ ਯਤਨ ਨਹੀਂ ਕੀਤਾ। ਦੇਖੋ ਪਸ਼ੂ ਫੜੇ, ਉਹਨਾਂ ਨੂੰ ਰੋਕਣ ਦਾ ਤਰੀਕਾ ਅੱਜ ਬੰਦੇ ਉਹ ਪਸ਼ੂ ਦੀ ਥਾਂ ਤੇ ਘੋੜਿਆਂ, ਹਾਥੀਆਂ ਦੀ ਥਾਂ ਤੇ ਗੱਡੀਆਂ ਆ ਗਈਆਂ। ਔਰ ਇੱਕ ਤੋਂ ਇੱਕ ਮਹਿੰਗੀ ਕੀਮਤੀ ਗੱਡੀ ਹੈ, ਕਰੋੜਾਂ ਕਰੋੜਾਂ ਰੁਪਏ ਦੀ। ਔਰ ਜਿੰਨੀ ਕੀਮਤੀ ਹੈ, ਜਿੰਨੀ ਜ਼ਿਆਦਾ ਭੱਜਦੀ ਹੈ, ਜਿੰਨੀ ਜ਼ਿਆਦਾ ਸਪੀਡ ਹੈ, ਇਹ ਸੱਚ ਹੈ ਕਿ ਉਨੀ ਹੀ ਛੇਤੀ ਉਹ ਰੁਕਦੀ ਵੀ ਹੈ, ਉਨੀ ਤਗੜੀ ਉਹਦੀ ਬ੍ਰੇਕ ਵੀ ਹੈ। ਹੁਣ ਜੇ ਕੋਈ ਕਵੇ ਕਿ ਘੋੜੇ ਤੇ ਬਹਿ, ਬੜਾ ਕੀਮਤੀ ਕਰੋੜ ਰੁਪਏ ਦਾ ਘੋੜਾ, 2 ਕਰੋੜ ਦਾ ਹੈ, ਜਾਂ ਗੱਡੀ ਹੈ, ਪੈਂਦੇ ਤੇ ਬਹਿ ਜਾ, ਪਰ ਇਹਨੇ ਰੁਕਣਾ ਕੋਈ ਨਹੀਂ। ਫਿਰ ਤਾਂ ਕੋਈ ਮੂਰਖ ਹੀ ਹੋਵੇਗਾ ਉਵੇਂ ਦੀ ਗੱਡੀ ਤੇ ਜਿਹੜਾ ਬੋਵੇ ਜਿੰਦੀ ਬ੍ਰੇਕ ਹੀ ਕੋਈ ਨਹੀਂ। ਬੰਦੇ ਨੇ ਇੰਨੇ ਯਤਨ ਕੀਤੇ ਗੱਡੀਆਂ, ਰੇਲਾਂ ਤੇ ਕਿ ਹਵਾਈ ਜਹਾਜ਼ ਜਿਹੜੇ ਹਵਾ 'ਚ ਉੱਡਦੇ ਨੇ ਉਹਨਾਂ ਨੂੰ ਰੋਕਣ ਦਾ ਤਰੀਕਾ ਲੱਭ ਲਿਆ। ਹੁਣ ਜੇ ਕੋਈ ਕਵੇ ਹਵਾਈ ਜਹਾਜ਼ ਦੀ ਸੈਰ ਕਰਾਉਣੇ ਕੋਈ ਬਹਿ ਜਾਓ, ਬਿਲਕੁਲ ਫ੍ਰੀ ਹੈ। ਚਾਹ ਦੇ ਨਾਲ ਵਿੱਚ ਬੈਠ ਵੀ ਕੋਈ ਜਾਏ ਤਾਂ ਫਿਰ ਕੋਈ ਦੱਸ ਦਿੱਤਾ ਜਾਏ ਵੀ ਇਹ ਉੱਡੇਗਾ ਜ਼ਰੂਰ ਹੈ, ਪਰ ਇਹਨੇ ਲੈਂਡ ਨਹੀਂ ਹੋਣਾ, ਇਹਨੇ ਥੱਲੇ ਨਹੀਂ ਉਤਰਨਾ। ਤੇ ਫਿਰ ਕੋਈ ਮੂਰਖ ਹੋਵੇਗਾ ਐਵੇਂ ਦੀ ਸਵਾਰੀ ਜਿਹੜਾ ਕਰੇ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਿੱਥੇ ਇਹ ਬਾਹਰ ਦੀਆਂ ਸਵਾਰੀਆਂ ਨੂੰ ਰੋਕਣ ਦਾ ਯਤਨ ਕੀਤਾ, ਮਨ ਨੂੰ ਕਿਵੇਂ ਰੋਕੀਏ, ਇਹਨੂੰ ਰੋਕ ਕੇ ਗੁਰੂ ਵਾਲੇ ਪਾਸੇ ਚਲਾਈਏ ਕਿਵੇਂ। ਤੇ ਭੱਟ ਚਾਂਦ ਜੀ ਨੇ ਇੱਕ 2 ਪੰਕਤੀਆਂ ਲਿਖੀਆਂ ਨੇ, ਕਹਿੰਦੇ ਨੇ ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ। ਔਰ ਬੇਨਤੀ ਫਿਰ ਕਰਦੇ, ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ, ਬਾਹਰ ਦੀ ਹੈ, ਪਰ ਭੱਟ ਚਾਂਦ ਨੇ ਲਿਖੀ ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਿਫਤ ਵਿੱਚ ਲਿਖੀ।
कि मन लोचै बुराइयां गुर शब्दी यह मन होड़ी है। मन तो बुरे काम लोचदा ही है, ये तो चाहुंदा बुरे काम करना। पर गुरु के सिक्खा तू गुरु दे शब्द का कुंडे का इहदे ते पा, कुंडे दे नाल रोक। हस्ते सिर जो अंक है अंकस है, जिवें हाथी दे सिर ते कुंडा है ना, ये मन रूपी हाथी दे उत्ते गुरु दे शब्द का कुंडा रख। ये तो बुराइयां लोचदा चाहुंदा भजदा बुराइयां वाले पासे। गुरु साहिब दे ये पावन बचन कहते हैं कि जदों बुरा काम करना होवे मन इन्नी हल्लाशेरी दिंदा, बंदा बीमार भी होवे ना तां भी छाल मार कुड़दा जिवें बब्बर शेरी बन गया है। चंगियाई हालक करे बुराई होए शेर। इनू बुरे कामां तो रोकना पे, उधर शेर नहीं बनन देना। उधरों रोक के गुरु के शब्द वाले पासे लाउणा है। हुण लगी किवें देखो, सतगुरु जी आज कृपा की, इत्थे उदाहरण दी जिवें हाथी के सिर ते कुंडा है। भाई इवें जे मन रूपी हाथी के सिर उत्ते गुरु के शब्द का ज्ञान का कुंडा होवेगा ना, तो सच जानी फिर ये तेरा जीवन संसार विच आउणा भी सफल हो जाएगा, मरना भी सफल हो जाएगा। हुण सतगुरु जी इत्थे कृपा की, किवें ये मन मोड़ीए किवें जी। धन गुरु अमरदास जी ने आनंद साहिब की बाणी विच इन्ने सौखे तरीक़े नाल सानूं इस मन नूं रोकण दा, मोड़न दा ढंग तरीका दस्सिया। देखो अखां वेखदियां ने ना जी, वेखना माड़ा नहीं, पर अखां वेख के जे अंदर मैल आवे तो गुरु साहब जी कहते हैं मन नूं मोड़न का तरीका है अखां नूं आवाज़ मार के कहो कि इन्हां अखां दे नाल तू जे माड़ा वेखना, तैनूं रब ने माड़ा वेखण वास्ते नहीं दित्तियां। इन्हां नूं आवाज़ मार के गुरु साहब जी समझा के कहते सानूं कहते हैं कि भाई इन्हां नेत्रां नूं समझा के रखो कि ये नेत्रो मेरे हो हर तुमै जोत धरी। तो कहते लिए धरी से इन्हां नूं समझा दो कि उस हरे रब परमेश्वर नूं वेखना है। ये नेत्रो मेरो हर तुमै जोत धरी, हर बिन अवर न देखो कोई, हर बिन अवर न देखो कोई नदरी हर ने हालिया। इन्हां अखां नाल जिधर वेखे तैनूं रब दा ही रूप नज़र आवे, तैनूं रब ही नज़र आवे। इस मन नूं रोकना। देखो मन जिहड़ा भजदा है, मन जिहड़ा डोलदा है, जां ते अखां करके अखां वेखदियां ने मन भजाउंदा है, जां फिर कन्न सुनते हैं कोई ऐसा बुरा सुनते हैं कि अंदर बुरा ख्याल मन उस वेले पैदा करता है। ये ख्याल अंदर आवे ना, गुरु साहब जी कहते हैं कन्नां नूं आवाज़ मार के पहलू समझाना है कि ये सरवणो मेरे हो, सच है, सच्चे रब ने। इत्थे विश्राम भी है पाठ देने वाले, ध्यान जरूर इत्थे दिया करो कि सच है, सच्चे रब ने सुनने नूं पठाए। भाई तुहानूं सुनने वास्ते संसार ते भेजिया है, शरीर नाल लाया है। सच है, सुनने नूं पठाए, सुनने नूं पठाए शरीर लाए। तो कहदे लई सुनना सी, कहदे लई भेजिया सी, सुनो सत बाणी। भाई सच दी बाणी सुनो। हुण सतगुरु जी कृपा करके जिथे कल्ले कल्ले शरीर के अंग नूं आवाज़ मार के समझाउंदे ने, मन नूं रोकना है ना। धन गुरु अमरदास जी कहते हैं रुकदा क्यों नहीं, भाई समझाओ तो सही। ये शरीर नूं पुछ लो कि संसार ते आया कहदे लई सै, रब ने तैनूं भेजिया कहदे लई, ते करन की लग्या। धन गुरु अमरदास जी तो पावन बचन, क्योंकि अर्थ करन दी भी लोड़ नहीं, सौखे ने और पढ़ते भी सी रोज़ हैं। जिथे आवाज़ मार के समझाते ने, ये शरीरा मेरिया इस जग में आए के क्या तुद कर्म कमाया। देखो बचन सिर्फ पढ़ने वास्ते थोड़ी ने, शरीर नूं आपां भी तो पुछना है ना। जे बाणी पढ़ी अपने शरीर नूं आपां भी तो पुछी आया कहदे लई सै। ये शरीरा मेरिया इस जग में आए क्या तुद कर्म कमाया, के कर्म कमाया तुद शरीरा जा तू जग में आया। कहते जिन हर तेरा रचन रचिया सो हर मन ना वसाया। जिन्हें शरीरा तेरी रचना की उस रब नूं कदी मन दे विच याद ही नहीं किया, मन उस पासे लगे ही नहीं। क्योंकि सवाल तो फिर उन्हें मन लगता ही नहीं, मन नूं उस पासे लाउण दा सी यतन ही नहीं किया। हुण सतगुरु जी ने कृपा की, देखो मन लगता क्यों नहीं।
ਆਮ ਤੌਰ 'ਤੇ ਜਦੋਂ ਸਰੀਰ ਰੋਗੀ ਹੋਵੇ ਤੇ ਹਰ ਇੱਕ ਬੰਦੇ ਦਾ ਫਿਰ ਯਤਨ ਇਹ ਹੁੰਦਾ ਹੌਸਪੀਟਲ ਜਾਏ, ਔਰ ਡਾਕਟਰ ਸਭ ਤੋਂ ਪਹਿਲੀ ਗੱਲ ਵੇਖਦੇ ਨੇ ਕਿ ਭੁੱਖ ਲੱਗਦੀ ਹੈ ਕਿ ਨਹੀਂ। ਸਰੀਰ ਰੋਗੀ ਭੁੱਖ ਹੀ ਨਹੀਂ ਲੱਗਦੀ, ਇਹਦਾ ਮਤਲਬ ਕੋਈ ਨਾ ਕੋਈ ਪੇਟ ਦੀ ਬਿਮਾਰੀ ਹੈ। ਹੋ ਸਕਦਾ ਤੇਰੇ ਖਾਣੇ 'ਚ ਫਰਕ ਹੋਵੇ। ਭੁੱਖ ਨਹੀਂ ਲੱਗਦੀ, ਡਾਕਟਰ ਨੇ ਛੁੱਟੀ ਉਦੋਂ ਦੇਣੀ ਜਦੋਂ ਭੁੱਖ ਲੱਗਣੀ ਸ਼ੁਰੂ ਹੋ ਗਈ, ਜਾਂ ਦਵਾਈ ਦੇ ਦੇਣੀ ਜੇ ਭੁੱਖ ਲੱਗੇ ਦਾ ਮਤਲਬ ਸਰੀਰ ਤੰਦਰੁਸਤ ਹੋ ਰਿਹਾ ਜਾਂ ਹੋ ਗਿਆ। ਹੁਣ ਖਾਣ ਪਾਣ ਦੇ ਵਿੱਚ ਤੇ ਫਰਕ ਵੀ ਬੜਾ। ਦੇਖੋ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਵਿੱਚ ਸਿੱਖਾਂ ਨੂੰ ਸੁਚੇਤ ਕਰ ਦਿੱਤਾ ਸੀ ਭਈ ਉਵੇਂ ਦਾ ਖਾਣਾ, ਉਵੇਂ ਦੀ ਖੁਰਾਕ ਕਦੇ ਨਾ ਖਾਈ ਜਿਤ ਖਾਧੈ ਤਨ ਪੀੜੀਐ। ਜੇ ਤਨ ਪੀੜਿਆ ਜਾਏਗਾ, ਤਨ ਰੋਗੀ ਹੋਏਗਾ। ਮਨ ਮੈਂ ਚੱਲੇ ਵਿਕਾਰ, ਪੱਕੀ ਗੱਲ ਹੈ, ਮਨ ਜ਼ਰੂਰ ਨਾਲ ਰੋਗੀ ਹੋਏਗਾ। ਇਹ ਮਨ ਦੇ ਰੋਗ ਹੀ ਨੇ ਨਾ, ਅੰਦਰ ਵਿਕਾਰ ਚੱਲਦੇ ਨੇ। ਸਰੀਰ ਰੋਗੀ ਹੋਏਗਾ, ਮਨ ਜ਼ਰੂਰ ਰੋਗੀ ਹੋਣਾ ਹੈ। ਔਰ ਸਤਿਗੁਰੂ ਜੀ ਕਿਰਪਾ ਕਰਨ ਉਹ ਖਾਣੇ ਜਿਹੜੇ ਨਹੀਂ ਖਾਣੇ ਚਾਹੀਦੇ ਸਾਡੇ ਜੀਵਨ ਵਿੱਚ ਆ ਗਏ। ਦੇਖੋ, ਕਮਾਲ ਦੀ ਗੱਲ ਹੈ ਕਿ ਚਲੋ ਜਿਹੜੇ 50 ਤੋਂ ਟੱਪ ਗਏ, ਅੱਜ ਸਾਡੇ ਕੰਮ ਉਵੇਂ ਦੇ ਨਹੀਂ ਰਹੇ। ਸਵੇਰੇ ਉੱਠ ਕੇ ਜੇ ਉਹ ਖਾਲੀ ਪੇਟ ਕੋਈ ਗੈਸ ਵਾਲੀ ਗੋਲੀ ਖਾਣ ਤੇ ਸਮਝ ਵੀ ਲੱਗਦੀ ਹੈ, ਪਰ ਕੋਈ ਬਣਦੀ ਕਿਉਂ ਹੈ? ਦਾ ਮਤਲਬ ਖਾਣਾ ਠੀਕ ਨਹੀਂ। ਤੇ ਜੇ ਖਾਣਾ ਠੀਕ ਹੈ ਫਿਰ ਕੋਈ ਨਾ ਕੋਈ ਆਪਣੇ 'ਚ ਕਮੀ ਹੈ। ਉਮਰ ਵਾਲੇ ਤਾਂ ਖਾਂਦੇ ਹੀ ਨਹੀਂ, ਹੁਣ ਤੇ ਨੌਜਵਾਨ ਨੇ, ਬੱਚੇ ਨੇ, ਉਹਨਾਂ ਨੂੰ ਵੀ ਲੋੜ ਪੈਂਦੀ ਹੈ। ਕਿਉਂ? ਖਾਣ ਪਾਣ ਵਾਲੇ ਧਿਆਨ ਹੀ ਨਹੀਂ ਦਿੱਤਾ। ਫਿਰ ਅਸੀਂ ਕਹਿੰਦੇ ਕਿ ਸਾਡਾ ਮਨ ਨਹੀਂ ਲੱਗਦਾ, ਪੜ੍ਹਾਈ 'ਚ ਮਨ ਨਹੀਂ ਲੱਗਦਾ, ਪਾਠ 'ਚ ਮਨ ਨਹੀਂ ਲੱਗਦਾ। ਜੇ ਤਨ ਹੀ ਰੋਗੀ ਹੈ, ਸਾਡੀ ਖੁਰਾਕ ਹੀ ਠੀਕ ਨਹੀਂ, ਤੇ ਮਨ ਕਿਸੇ ਪਾਸੇ ਲੱਗੇ ਕਿਵੇਂ? ਹੁਣ ਦੇਖੋ, ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਮਨ ਜਿਹੜਾ ਰੋਗੀ, ਮਨ ਦੇ ਰੋਗ ਕਿਹੜੇ ਨੇ। ਤਨ ਦੇ ਰੋਗ ਨਜ਼ਰ ਆ ਜਾਂਦੇ ਨੇ, ਮਨ ਦੇ ਰੋਗ ਛੇਤੀ ਕਿਤੇ ਨਜ਼ਰ ਆਉਂਦੇ ਨਹੀਂ। ਇੱਕ ਆਪਾਂ ਕਹਿੰਦੇ ਹਾਂ ਕਿ ਦੇਖੋ ਬੰਦਾ ਭੱਜਿਆ ਫਿਰਦਾ ਹੈ, ਇਹ ਲਾਲਚ ਵਿੱਚ ਆ ਗਿਆ ਹੈ। ਕਿਉਂਕਿ ਜਿਹੜਾ ਭੱਜਿਆ ਫਿਰਦਾ ਹੈ, ਮਨ ਭਜਾਈ ਫਿਰਦਾ। ਮਨ ਦੀ ਜਾਇਦਾਦ ਇਹ ਰੁਪਈਆ ਨਹੀਂ। ਮਨ ਦੀ ਜਾਇਦਾਦ ਕੋਈ ਰੋਟੀ ਥੋੜ੍ਹੀ ਹੈ। ਮਨ ਨੇ ਰੋਟੀ ਖਾ ਕੇ ਥੋੜ੍ਹੀ ਰੱਜਣਾ ਹੈ। ਪ੍ਰਸ਼ਾਦਾ ਛਕੇਗਾ, ਸਰੀਰ ਢਿੱਡ ਰੱਜੇਗਾ, ਸਰੀਰ ਰੱਜੇਗਾ। ਸਰੀਰ ਦੀ ਜਾਇਦਾਦ ਵੱਖਰੀ ਹੈ, ਮਨ ਦੀ ਵੱਖਰੀ ਹੈ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਜਿਹੜੀ ਸਰੀਰ ਦੀ ਜਾਇਦਾਦ ਉਹਦੇ ਬੈਂਕਾਂ 'ਚ ਜਮ੍ਹਾਂ ਕਰਾ ਲਾਂਗੇ, ਜ਼ਮੀਨ ਖਰੀਦ ਲਾਂਗੇ, ਕੋਠੀਆਂ ਕਾਰਾਂ ਖਰੀਦ ਲਾਂਗੇ, ਪਰ ਮਨ ਦੀ ਜਾਇਦਾਦ ਵੱਖਰੀ। ਔਰ ਮਨ ਆਪਣੀ ਜਾਇਦਾਦ ਜਿਵੇਂ ਸਰੀਰ ਇਕੱਠੀ ਕਰਦਾ, ਮਨ ਵੀ ਕਰ ਰਿਹਾ ਹੈ। ਮਨ ਦੀ ਜਾਇਦਾਦ ਕਿਹੜੀ ਹੈ? ਜਿੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਮਨ ਇਹਦੇ ਵਿੱਚ ਲੀਨ ਹੋਇਆ, ਮਨ ਇਹਨਾਂ ਨੂੰ ਇਕੱਠਾ ਕਰਦੇ, ਮਨ ਦੀ ਜਾਇਦਾਦ ਹੈ। ਇਹਨੂੰ ਮਨ ਦੇ ਰੋਗ ਵੀ ਗੁਰੂ ਸਾਹਿਬ ਨੇ ਕਿਹਾ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਸੁਖਮਣੀ ਸਾਹਿਬ ਦੇ ਵਿੱਚ ਆਪਾਂ ਪੜ੍ਹਨੇ, ਮਨ ਲੱਗਦਾ ਕਿਉਂ ਨਹੀਂ? ਕਹਿੰਦੇ ਮਨ ਨੂੰ ਸਮਝਾ ਤੇ ਸਹੀ, ਲੱਗੇ ਕਿਵੇਂ? ਕਿ ਕਾਮ ਕ੍ਰੋਧ ਲੋਭ ਮੋਹ ਝੂਠ, ਮਨ ਤਿੰਨ ਵਿੱਚ ਲੱਗਿਆ ਹੈ। ਪੂਰੇ ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਤੇ ਸੁਖਮਣੀ ਸਾਹਿਬ ਦੇ ਵਿੱਚ ਕਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਝੂਠ ਵਿਕਾਰ। ਇਹ ਸਾਰੇ ਵਿਕਾਰ ਨੇ ਨਾ, ਮਹਾ ਲੋਭ ਧਰੋਹ, ਇਹ ਸਾਰੇ ਤੇਰੇ ਅੰਦਰ ਨੇ। ਧਰੋਹ ਤੇਰੇ ਅੰਦਰ ਹੈ, ਅਸਲ ਵਿੱਚ ਮਨ ਦੀ ਜਾਇਦਾਦ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ। ਤੇ ਯਾਹੂ ਜੁਗਤ ਬਹਾਨੇ ਕਈ ਜਨਮ। ਜੇ ਮਨ ਇਹ ਜਾਇਦਾਦ ਇਕੱਠੀ ਕਰਦਾ, ਦੇਖੋ ਸਰੀਰ ਨੂੰ ਰੋਗ ਲੱਗ ਜੇ, ਬਿਮਾਰੀ ਹੋ ਜੇ, ਸਰੀਰ ਨੇ ਤਾਂ ਇੱਕ ਦਿਨ ਛੁੱਟ ਜਾਣਾ ਹੈ। ਵੱਧ ਤੋਂ ਵੱਧ ਕੀ ਹੋਏਗਾ? ਮੌਤ ਹੋ ਜਾਏਗੀ ਨਾ ਜੀ। ਸਰੀਰ ਨੇ ਤਾਂ ਮਰ ਕੇ ਛੁੱਟ ਜਾਣਾ ਬਿਮਾਰੀ ਤੋਂ। ਪਰ ਇਸ ਮਨ ਨੂੰ ਸਮਝਾ ਮਣਾ, ਜਿਹੜੀਆਂ ਬਿਮਾਰੀਆਂ ਜਿਹੜੇ ਰੋਗ ਤੂੰ ਛੇੜਦੇ ਨੇ, ਤੂੰ ਤਾਂ ਮਰ ਕੇ ਵੀ ਨਹੀਂ ਛੁੱਟਣਾ। ਇਸ ਨੂੰ ਤੂੰ ਮਨ ਦੇ ਜਨਮ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਯਾਹੂ ਜੁਗਤ ਬਹਾਨੇ ਕਈ ਜਨਮ।
ਇਹ ਮਨ ਦੇ ਰੋਗਾਂ ਨੇ ਕਈ ਜਨਮਾਂ ਤੱਕ ਤੇਰੇ ਨਾਲ ਜਾਣਾ ਹੈ। ਤੇ ਕਰੀਏ ਕੀ? ਮਨ ਲੱਗੇ ਕਿਵੇਂ? ਕਹਿੰਦੇ ਅਰਦਾਸ ਕਰੋ ਕਿ ਨਾਨਕ ਰਾਖ ਲਿਓ ਆਪਣ ਕਰ ਕਰਮ, ਆਪਣੇ ਕਰਮ, ਆਪਣੀ ਬਖਸ਼ਿਸ਼, ਆਪਣੀ ਮਿਹਰ ਕਰਕੇ ਆਪਣੇ ਚਰਨਾਂ 'ਚ ਰੱਖ ਲਓ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ। ਫਿਰ ਜਿਨ੍ਹਾਂ ਨੇ ਮਨ ਨੂੰ ਸਮਝਾ ਲਿਆ ਹਾਥੀ ਦੇ ਸਿਰ ਦੇ ਕੁੰਡੇ ਦੀ ਤਰ੍ਹਾਂ, ਆਪਣੇ ਮਨ ਰੂਪੇ ਹਾਥੀ ਦੇ ਸਿਰ ਤੇ ਸ਼ਬਦ ਦਾ ਕੁੰਡਾ ਰੱਖ ਲਿਆ, ਤੇ ਸਤਿਗੁਰੂ ਹੀ ਕਹਿੰਦੇ ਨੇ ਫਿਰ ਉਹਨਾਂ ਨੂੰ ਜਦੋਂ ਅੰਤ ਸਮੇਂ ਰੱਬ ਚੇਤੇ ਆਉਂਦਾ ਨਾ, ਫਿਰ ਇਹ ਕਈ ਜਨਮ ਜਿਹੜੇ ਨੇ, ਕਈ ਜਨਮ ਕਿ ਉਹਨਾਂ ਨੂੰ ਜਨਮ ਦੁਬਾਰੇ ਲੈਣਾ ਪੈਂਦਾ ਹੀ ਨਹੀਂ। ਔਰ ਭਗਤ ਜੀ ਨੇ ਪਾਵਨ ਬਚਨ ਕਹੇ ਨੇ ਕਿ ਅੰਤ ਕਾਲ ਨਾਰਾਇਣ ਸਿਮਰੈ, ਔਰ ਸਿਮਰੇਗਾ ਅਸਲ ਵਿੱਚ ਉਹੀ ਜਿਹਨੇ ਸ਼ਬਦ ਦਾ ਕੁੰਡਾ ਮਨ ਤੇ ਰੱਖਿਆ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੇ ਚਿੰਤਾ ਮੈਂ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਬਸੈ। ਉਹ ਕਿਤੇ ਬਾਹਰ ਥੋੜੀ ਹੈ, ਬਸ ਉਹ ਸ਼ਬਦ ਦਾ ਗਿਆਨ ਦਾ ਕੁੰਡਾ ਰੱਖ, ਅੰਤ ਸਮੇਂ ਤੱਕ ਤੇਰੇ ਨਾਲ ਜਾਏਗਾ। ਔਰ ਜਿਹੜਾ ਸਿਮਰਦਾ, ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਕਿ ਰੱਬ ਤੇ ਉਹਦੇ ਅੰਦਰ ਹੈ, ਉਹ ਤਾਂ ਰੱਬ ਵਿੱਚ ਹੀ ਸਮਾਏਗਾ। ਹੁਣ ਇੱਥੇ ਸਤਿਗੁਰੂ ਜੀ ਨੇ ਸਮਝਾਇਆ, ਉਦਾਹਰਣ ਦਿੱਤੀ ਕਿ ਜਿਵੇਂ ਹਾਥੀ ਦੇ ਸਿਰ ਤੇ ਅੰਕਸ ਹੈ, ਔਰ ਜਦੋਂ ਕੁੰਡਾ ਹੋਵੇ, ਮਨ ਤਨ ਆਗੈ ਰਾਖ ਕੈ ਉਬੇ ਸੇਵ ਕਰੇ। ਹਾਥੀ ਆਪਣਾ ਮਨ ਤਨ ਅੱਗੇ ਰੱਖ ਕੇ ਸੇਵਾ ਨਹੀਂ ਕਰਦਾ, ਪਰ ਗੁਰੂ ਕੇ ਸਿੱਖਾਂ ਮਨ ਰੂਪੀ ਹਾਥੀ ਤੇ ਸ਼ਬਦ ਦਾ ਕੁੰਡਾ ਹੋਵੇਗਾ ਤੇ ਮਨ ਦੇ ਨਾਲ ਤਨ ਸ਼ਬਦ ਵੀ ਵਰਤਿਆ ਹੈ। ਫਿਰ ਤੂੰ ਮਨ ਤੇ ਤਨ ਗੁਰੂ ਦੇ ਅੱਗੇ ਰੱਖ ਕੇ, ਉਬੇ ਦਾ ਅਰਥ ਹੈ ਕਿ ਸੁਚੇਤ ਹੋ ਕੇ ਸੇਵਾ ਜਦੋਂ ਕਰੇਗਾ। ਔਰ ਜਿਹੜੇ ਕਰਦੇ ਨੇ ਕਹਿੰਦੇ ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਇਸ ਤਰ੍ਹਾਂ ਉਹ ਗੁਰਮੁਖ ਜਨ ਸੇਵਾ ਕਰਕੇ ਆਪ ਨਿਵਾਰੀਏ, ਤੇ ਭਾਵ ਆਪਣਾ ਭਾਵ ਅੰਦਰੋਂ ਖਤਮ ਕਰਕੇ ਸਾਰੇ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ। ਸਾਰੇ ਸ੍ਰਿਸ਼ਟੀ ਦਾ ਰਾਜ ਕਿਵੇਂ ਮਿਲੇ? ਔਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕੋ ਪੰਕਤੀ ਵਿੱਚ ਸਮਝਾ ਦਿੱਤਾ ਕਿ ਅਸਲ ਵਿੱਚ ਜਿੱਦਣ ਮਨ ਨੂੰ ਜਿੱਤ ਲਿਆ, ਜਿੱਦਣ ਮਨ ਦੇ ਉੱਤੇ ਗੁਰੂ ਦੇ ਸ਼ਬਦ ਦਾ ਕੁੰਡਾ ਆ ਗਿਆ, ਮਨ ਨੂੰ ਜਿੱਤ ਲਿਆ ਤੇ ਤੂੰ ਸਾਰੇ ਸੰਸਾਰ ਨੂੰ ਜਿੱਤ ਲਿਆ। ਮਨ ਜਿੱਤਿਆ ਜਗ ਜੀਤ, ਸਾਰੇ ਸ੍ਰਿਸ਼ਟੀ ਦਾ ਤੂੰ ਰਾਜਾ ਹੈ। ਨਾਨਕ ਗੁਰਮੁਖ ਬੂਝੀਐ ਜਾ ਆਪੇ ਨਦਰ ਕਰੇ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ ਸ਼ਲੋਕ ਦੇ ਅਖੀਰ ਵਿੱਚ ਕਹਿੰਦੇ ਨੇ ਕਿ ਨਾਨਕ ਗੁਰਮੁਖ ਬੂਝੀਐ, ਪਰ ਇਹ ਗੱਲ ਬੂਝੀਏ ਦਾ ਅਰਥ ਕਿ ਸਮਝਦਾ ਹੈ। ਇਹ ਗੱਲ ਉਹ ਸਮਝਦਾ ਜਿਹੜਾ ਗੁਰੂ ਦੇ ਸਨਮੁਖ ਹੋ ਕੇ। ਗੁਰਮੁਖ ਦਾ ਅਰਥ ਗੁਰੂ ਦੇ ਭਾਣੇ ਵਿੱਚ ਜਿਹਨੂੰ ਰਹਿਣਾ ਜੇ, ਗੁਰੂ ਦੀ ਬਾਣੀ ਸਿਰਫ ਪੜ੍ਹਦਾ ਹੀ ਨਾ ਹੋਵੇ, ਸਿਰਫ ਸੁਣਦਾ ਹੀ ਨਾ ਹੋਵੇ, ਉਸ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵੇ, ਜੀਵਨ ਉਸ ਮੁਤਾਬਕ ਬਣਾ ਲਵੇ, ਬਸ ਉਹ ਹੀ ਸਮਝਦਾ ਹੈ। ਨਾਨਕ ਗੁਰਮੁਖ ਬੂਝੀਐ ਜਾਂ ਆਪੇ ਨਦਰ ਕਰੇ। ਔਰ ਗੁਰਮੁਖ ਜਨ ਵੀ ਉਹੀ ਸਮਝ ਸਕਦੇ ਨੇ ਜਿੰਦੇ ਤੇ ਤੁਸੀਂ ਆਪ ਆਪਣੀ ਕਿਰਪਾ ਕਰੋ। ਨਦਰ ਦਾ ਅਰਥ ਤੇ ਕਿਰਪਾ, ਬਖਸ਼ਿਸ਼। ਮਹਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪ੍ਰਵਾਨ। ਔਰ ਸਤਿਗੁਰੂ ਜੀ ਨੇ ਦੂਸਰੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਕਿ ਜਿਹੜੇ ਗੁਰਮੁਖ ਹੋ ਗਏ, ਜਿਨ੍ਹਾਂ ਨੂੰ ਸਮਝ ਲੱਗ ਗਈ, ਤੇ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰਮੁਖ ਬਣ ਕੇ ਨਾਮ ਨੂੰ ਜਪਿਆ ਧਿਆਇਆ ਹੈ, ਕਹਿੰਦੇ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਉਸ ਸੰਸਾਰ ਵਿੱਚ ਉਹਨਾਂ ਦਾ ਆਉਣਾ ਪ੍ਰਵਾਨ ਹੋ ਗਿਆ। ਔਰ ਨਾਲੇ ਕਿ ਕਿਰਪਾ ਕਰਕੇ ਸਮਝਾਉਂਦੇ ਨੇ, ਇਕੱਲੇ ਉਹ ਹੀ ਨਹੀਂ ਪ੍ਰਵਾਨ ਹੋਏ। ਨਾਨਕ ਕੁਲ ਉਧਾਰੇ ਆਪਣਾ ਦਰਗਾ ਪਾਵੈ ਮਾਣ। ਆਪ ਤੇ ਉਹਨਾਂ ਦਾ ਉਧਾਰ ਹੋਏ, ਆਪ ਤੇ ਪ੍ਰਵਾਨ ਹੋਈ। ਉਹ ਰੱਬ ਦੇ ਘਰ ਵਿੱਚ ਆਪ ਹੀ ਨਹੀਂ ਇਕੱਲੇ, ਕਹਿੰਦੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਜਿਹੜੇ ਉਹਨਾਂ ਦੇ ਕੁਲ ਵਿੱਚ ਆਏ। ਨਾਨਕ ਕੁਲ ਉਧਾਰੇ ਆਪਣਾ, ਇੱਕੇ ਕੁਲੇ ਇਤਨੀ ਜਗਤ ਤਰਾਇਆ। ਇੱਕੀ ਕੁੱਲਾਂ ਉਹਨਾਂ ਦੀਆਂ ਤਰ ਗਈਆਂ। ਕਹਿੰਦੇ ਇਕੱਲਾ ਆਪ ਨੇ ਉਹਨਾਂ ਨੇ ਕੁੱਲ ਨੂੰ ਤਰਾ ਲਿਆ। ਔਰ ਦਰਗਾ ਪਾਵੇ ਮਾਣ, ਰੱਬ ਦੇ ਘਰ ਵਿੱਚ ਉਹਨਾਂ ਨੂੰ ਆਦਰ ਸਤਿਕਾਰ ਵੀ ਮਿਲਿਆ। ਹੁਣ ਇਹ ਜਪਣਾ ਕਿਵੇਂ ਹੈ, ਇਹ ਆਦਰ ਸਤਿਕਾਰ ਮਿਲੇ ਕਿਵੇਂ? ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ ਕਿ ਦੇਖੋ, ਪੁੱਛੋ ਉਹਨਾਂ ਤੋਂ ਕਿ ਨਾਮ ਜਪੋ ਜੀ ਐਸੇ ਐਸੇ,
ਧਰੂ ਪ੍ਰਹਿਲਾਦ ਜਪਿਓ ਹਰ ਜਸੇ, ਤੇ ਜਪ ਕੇ ਕੀਤਾ ਕਿ ਭਰੋਸਾ ਰੱਖਿਆ, ਆਪ ਨਹੀਂ ਇਕੱਲੇ ਤਰੇ। ਕਹਿੰਦੇ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਭਾਵੇਂ ਪ੍ਰਹਿਲਾਦ ਦਾ ਪਿਓ ਹਰਨਾਕਸ਼, ਉਹਨੂੰ ਰਾਖਸ਼ ਕਿਹਾ ਗਿਆ, ਦੁਸ਼ਟ ਬਾਣੀ ਨੇ ਕਿਹਾ ਹੈ, ਪਰ ਕਹਿੰਦੇ ਉਹ ਪ੍ਰਹਿਲਾਦ ਉਹਦਾ ਵੀ ਉਧਾਰ ਕਰ ਗਿਆ, ਬੇੜੇ ਤੇ ਉਹਨੂੰ ਵੀ ਚੜਾ ਲਿਆ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਤੇ ਇੰਨੀ ਕਿਰਪਾ ਕੀਤੀ, ਕੇਵਲ ਆਪਣਾ ਖਾਨਦਾਨ ਹੀ ਨਹੀਂ, ਆਪਣਾ ਕੁੱਲਾ ਹੀ ਨਹੀਂ, ਜਪਣ ਵਾਲਿਆਂ ਦੇ ਨਾਲ ਤੇ ਜਿਹੜੇ ਵੀ ਲੱਗ ਗਏ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕਰ ਲਈ, ਜਪਣ ਵਾਲਿਆਂ ਨੇ ਉਹਨਾਂ ਦਾ ਵੀ ਪਾਰ ਉਤਾਰਾ ਕੀਤਾ ਹੈ। ਔਰ ਇਹ ਸਤਿਗੁਰੂ ਜੀ ਦਾ ਸ਼ਲੋਕ ਆਪਾਂ ਰੋਜ਼ ਪੜ੍ਹਦੇ ਹਾਂ, ਕਈ ਵਾਰ ਪੜ੍ਹਦੇ ਹਾਂ ਕਿ ਜਿਨ੍ਹੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ। ਉਹਨਾਂ ਦੇ ਮੁਖ ਤੇ ਉਜਲ ਹੋਏ, ਨਾਲ ਕਹਿੰਦੇ ਨੇ ਕੀਤੀ ਛੁੱਟੀ ਨਾਲ। ਕਈ ਸੰਗਤ ਕਰਨ ਵਾਲੇ ਹੋਰ ਛੁੱਟ ਗਏ, ਇਹ ਇਹਨਾਂ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁੱਟ ਗਏ, ਇਹਨਾਂ ਤੋਂ ਮੁਕਤ ਹੋ ਗਏ। ਔਰ ਸਤਿਗੁਰੂ ਜੀ ਅੱਜ ਕਿਰਪਾ ਕਰਕੇ ਸਮਝਾਉਂਦੇ ਨੇ ਕਿ ਨਾਨਕ ਕੁਲ ਉਧਾਰੇ ਆਪਣਾ, ਦਰਗਾ ਪਾਵਹਿ ਮਾਣ। ਪੌੜੀ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ। ਦੇਖੋ ਜਿਹੜੇ ਸ਼ਲੋਕ ਦੂਸਰੇ ਸ਼ਲੋਕ ਦੇ ਅਖੀਰ ਤੇ ਬਚਨ ਕੀਤੇ ਕਿ ਜਪਣ ਵਾਲਿਆਂ ਦੀ ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਦੇ ਕੁੱਲ ਤਰ ਗਏ। ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਉਹ ਗੁਰਮੁਖ, ਉਹ ਸਖੀਆਂ, ਉਹ ਸਿੱਖ ਸਹੇਲੀਆਂ ਗੁਰੂ ਨੇ ਕਿਰਪਾ ਕਰਕੇ ਮਿਲਾਈਆਂ, ਜਿਨ੍ਹਾਂ ਦੀ ਸੰਗਤ ਕਰਕੇ ਸਾਡਾ ਪਾਰ ਉਤਾਰਾ ਹੋਣਾ ਹੈ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੇ ਲਾਈਆਂ। ਉਹ ਸਖੀਆਂ ਸਹੇਲੀਆਂ, ਉਹ ਗੁਰਮੁਖ ਜਪਣ ਵਾਲੇ। ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਕਈਆਂ ਨੂੰ ਆਪਣੇ ਕੋਲ ਰੱਖ ਲਿਆ। ਇੱਕ ਸੇਵਕ ਗੁਰ ਪਾਸ, ਇੱਕ ਉਹ ਸੇਵਕ ਨੇ ਜਿਹੜੇ ਗੁਰੂ ਨੂੰ ਹਰ ਵੇਲੇ ਆਪਣੇ ਪਾਸ ਹਾਜ਼ਰ ਨਾਜ਼ਰ ਜਾਣਦੇ ਨੇ। ਉਹਨਾਂ ਵਾਸਤੇ ਕੋਈ ਬਾਜ਼ਾਰ ਹੋਵੇ, ਕੋਈ ਮੜੀ ਹੋਵੇ, ਮਸਾਨ ਹੋਵੇ, ਉਹ ਕਿਤੇ ਵੀ ਜਾਣ, ਗੁਰੂ ਉਹਨਾਂ ਨੂੰ ਹਰ ਥਾਂ 'ਤੇ ਉਹਨਾਂ ਨੂੰ ਗੁਰਦੁਆਰੇ ਨਜ਼ਰ ਆਉਂਦਾ ਹੈ, ਗੁਰੂ ਉਹਨਾਂ ਦੇ ਨਾਲ ਹੈ। ਔਰ ਜਿਨ੍ਹਾਂ ਨੂੰ ਸਮਝ ਨਹੀਂ, ਉਹ ਤਾਂ ਕਹਿੰਦੇ ਨੇ ਗੁਰਦੁਆਰੇ ਆ ਕੇ ਝੂਠ ਨਹੀਂ ਬੋਲਣਾ। ਪਰ ਇੱਕ ਸੇਵਕ ਉਹ ਨੇ ਜਿਹੜੇ ਗੁਰੂ ਨੂੰ ਰੱਖਦੇ ਆਪਣੇ ਨਾਲ ਨੇ। ਸਤਿਗੁਰੂ ਇੱਥੇ ਕਿਰਪਾ ਕਰਦੇ ਨੇ, ਇੱਕ ਸੇਵਕ ਗੁਰਪਾਸ, ਇੱਕ ਸੇਵਕ ਉਹ ਨੇ ਜਿਹੜੇ ਹਰ ਵੇਲੇ ਗੁਰੂ ਦੇ ਨਾਲ ਰਹਿੰਦੇ ਨੇ। ਇੱਕ ਗੁਰ ਕਾਰੈ ਲਾਈਆਂ, ਇੱਕ ਦੇ ਕੱਕੇ ਨੂੰ ਸਿਹਾਰੀ, ਇੱਕ ਦਾ ਇੱਥੇ ਪਾਵਰਥ ਬਹੁਵਚਨ ਹੈ ਕਿ ਇੱਕ ਸੇਵਕ ਉਹ ਨੇ ਜਿਨ੍ਹਾਂ ਨੂੰ ਗੁਰੂ ਨੇ ਕਾਰੋਬਾਰਾਂ ਵਿੱਚ ਲਾਇਆ ਹੈ, ਕੰਮ ਧੰਦਿਆਂ ਵਿੱਚ ਲਾਇਆ ਹੈ। ਪਰ ਉਹ ਧੰਦੇ ਕਰਦੇ ਕਰਦੇ ਵੀ ਜੇ ਗੁਰੂ ਚੇਤੇ ਹੈ ਤਾਂ ਉਹ ਧੰਦਾ ਉਹਨਾਂ ਵਾਸਤੇ ਧਰਮ ਬਣਦਾ ਹੈ। ਜਿੰਨਾ ਗੁਰ ਪਿਆਰਾ ਮਨ ਚਿੱਤ, ਉਹਨੇ ਤੇ ਸਪਸ਼ਟ ਕੀਤਾ ਨੇ, ਇੱਕ ਤੇ ਗੁਰੂ ਦੇ ਕੋਲ ਰਹਿਣ ਵਾਲੇ ਤੇ ਇੱਕ ਜਿਹੜੇ ਕਾਰੋਬਾਰ ਕਰਨ ਵਾਲੇ ਨੇ। ਕਹਿੰਦੇ ਜਿਨ੍ਹਾਂ ਨੂੰ ਇਹ ਗੁਰੂ ਮਨ ਕਰਕੇ ਤੇ ਚਿੱਤ ਕਰਕੇ ਪਿਆਰਾ ਲੱਗਦਾ ਹੈ, ਭਾਵੇਂ ਗੁਰੂ ਦੇ ਕੋਲ ਰਹਿੰਦੇ ਹੋਣ, ਭਾਵੇਂ ਕੰਮ ਧੰਦਾ ਕਰਦੇ ਹੋਣ। ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਭਾਉ ਗੁਰੂ ਦੇ ਵਾਈਆਂ। ਗੁਰੂ ਨੇ ਉਹਨਾਂ ਦੇ ਅੰਦਰ ਭਾਉ ਪਾਇਆ ਹੈ, ਉਹਨਾਂ ਦੇ ਅੰਦਰ ਪਿਆਰਾ ਤੇ ਨਿਰਮਲ ਜਿਹੜਾ ਪਿਆਰ ਪਾਇਆ ਹੈ, ਪਿਆਰ ਦਾ ਉਹ ਅਦਬ ਦਾ ਭੈ ਪਾਇਆ ਹੈ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਿੱਖਾਂ, ਇਹ ਪਾਠ ਅੱਡੋ ਅੱਡ ਹੈ। ਗੁਰ ਸਿੱਖਾਂ ਨਹੀਂ ਪੜ੍ਹਨਾ, ਗੁਰ ਤੇ ਸਿੱਖਾਂ। ਗੁਰੂ ਦੇ ਵਾਸਤੇ ਸਿੱਖਾਂ ਲਈ ਇੱਕੋ ਜਿਹਾ ਪਿਆਰ ਹੈ। ਉਹ ਗੁਰੂ ਕੇ ਸਿੱਖ ਭਾਵੇਂ ਗੁਰੂ ਦੇ ਪੁੱਤਰ ਹੋਣ, ਭਾਵੇਂ ਭਰਾ ਹੋਣ, ਭਾਵੇਂ ਸਾਕ ਸੰਬੰਧੀ ਹੋਣ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਉਹ ਭਾਵੇਂ ਗੁਰੂ ਦੇ ਮਿੱਤਰ ਹੋਣ, ਭਾਵੇਂ ਪੁੱਤਰ ਹੋਣ, ਭਾਵੇਂ ਭਰਾ ਹੋਣ, ਭਾਵੇਂ ਸਿੱਖ ਹੋਣ। ਗੁਰੂ ਦਾ ਪਿਆਰ ਸਭ ਦੇ ਨਾਲ ਬਰਾਬਰ ਹੈ, ਪਰ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ। ਗੁਰੂ ਦਾ ਪਿਆਰ ਸਭ ਨਾਲ ਇੱਕੋ ਜਿਹਾ, ਇਸ ਕਰਕੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਭਾਈ ਉਸ ਗੁਰੂ ਨੂੰ ਬੋਲੋ, ਉਸ ਗੁਰੂ ਨੂੰ ਜਪੋ, ਸਾਰੇ ਜਪੋ। ਗੁਰ ਸਤਿਗੁਰ ਬੋਲੋ ਸਭ,
ਤੇ ਗੁਰੂ ਨੂੰ ਬੋਲ ਕੇ, ਗੁਰੂ ਨੂੰ ਜਪ ਕੇ ਮਿਲਦਾ ਕੀ ਹੈ? ਗੁਰ ਆਖ ਗੁਰੂ ਜੀਵਾਈਆਂ। ਜਿਹੜੇ ਨਹੀਂ ਕਹਿੰਦੇ ਜਿਉਂਦੇ ਤੇ ਉਹ ਵੀ ਨੇ, ਪਰ ਅਸਲ ਵਿੱਚ ਉਹ ਜਿਉਂਦੇ ਹੋਏ ਲਾਸ਼ਾਂ ਨੂੰ ਚੁੱਕੀ ਫਿਰਦੇ ਨੇ, ਜਿਉਂਦੇ ਨਹੀਂ। ਸ਼ਿੰਗਾਰ ਕੀਤਾ ਹੈ ਬੜਾ ਸੋਹਣਾ, ਪਰ ਲਾਸ਼ਾਂ ਤੁਰੀਆਂ ਫਿਰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਗੁਰੂ ਨੇ ਇੱਥੇ ਜਵਾਈਆਂ ਦਾ ਅਰਥ ਹੈ ਕਿ ਉਹਨਾਂ ਨੂੰ ਆਤਮਿਕ ਜੀਵਨ ਦਿੱਤਾ। ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਤਮਿਕ ਤੌਰ 'ਤੇ ਜੀਵਨ ਦਿੱਤਾ ਹੈ। ਇਸ ਕਰਕੇ ਸਤਿਗੁਰੂ ਜੀ ਅਖੀਰ 'ਤੇ ਇਹ ਕਿਰਪਾ ਕਰਦੇ ਨੇ ਕਿ ਭਾਈ ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਆਤਮਿਕ ਜੀਵਨ ਮਿਲਿਆ ਹੈ। ਗੁਰ ਸਤਿਗੁਰ ਬੋਲੋ ਸਭ, ਤੇ ਗੁਰੂ ਦੇ ਕਹਿਣ 'ਤੇ ਆਪਾਂ 2 ਮਿੰਟ ਬੋਲ ਲਈਏ, ਫਿਰ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ